ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਡੇ ਰੂਬਰੂ ਹੋਏ ਸੀ ਇੱਕ ਵੱਖਰਾ ਵਿਸ਼ਾ ਲੈ ਕੇ, ਤੇ ਅੱਜ ਫੇਰ ਮੈਂ ਤੁਹਾਡੇ ਰੂਬਰੂ ਹੋਈ ਹਾਂ ਤਜਿੰਦਰ ਕੌਰ ਜੀ ਦੇ ਨਾਲ। ਮੇਰਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਸਭ ਤੋਂ ਜ਼ਿਆਦਾ ਵੱਧ ਰਿਹਾ ਹੈ, ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ, ਜਿਵੇਂ ਕਿ ਕਰੋਨਾ ਹੈ। ਚਲੋ ਕਰੋਨਾ ਤਾਂ ਹੁਣ ਆਇਆ, ਬਟ ਜਿਹੜਾ ਵਿਸ਼ੇ ਦੇ ਬਾਰੇ ਵਿੱਚ ਮੈਂ ਗੱਲ ਕਰਨ ਜਾ ਰਹੀ ਹਾਂ ਉਹ ਕਈ ਸਾਲਾਂ ਤੋਂ ਲਗਾਤਾਰ ਇਸ ਤਰੀਕੇ ਦੇ ਨਾਲ ਵਧਦਾ ਜਾ ਰਿਹਾ ਕਿ ਲੋਕਾਂ ਦੀ ਜਿਹੜੀ ਸਹਿਣ ਸ਼ਕਤੀ ਹੈ ਉਹ ਦਿਨ ਪ੍ਰਤੀ ਦਿਨ ਖਤਮ ਹੀ ਹੁੰਦੀ ਜਾ ਰਹੀ ਹੈ। ਵੈਸੇ ਜਸ਼ਨ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਸਭ ਤੋਂ ਵੱਧ ਵੱਧਦਾ ਜਾ ਰਿਹਾ, ਲੋਕਾਂ ਦਾ ਧਿਆਨ ਸਿਰਫ ਪਤਾ ਕਿਸ ਤੇ ਜਾਏਗਾ? ਕਰੋਨਾ ਤੇ, ਕਿਉਂਕਿ ਇਸ ਟਾਈਮ ਵੱਧ ਹੀ ਕਰੋਨਾ ਰਿਹਾ ਹੈ। ਬਟ ਅਸੀਂ ਇਸ ਟਾਈਮ ਕਰੋਨਾ ਦੀ ਗੱਲ ਨਹੀਂ ਕਰਨੀ, ਅਸੀਂ ਇਸ ਟਾਈਮ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਕਰਨ ਜਾ ਰਹੇ ਹਾਂ ਡਿਪਰੈਸ਼ਨ ਦੀ। ਜਿਹੜੇ ਲੋਕੀ ਅੱਜ ਕੱਲ੍ਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਆਮ ਬੰਦਾ ਕੀ, ਬੱਚਾ ਕੀ, ਬੱਚੇ ਤੋਂ ਬੜੇ ਬਜ਼ੁਰਗ ਸਾਰੇ ਅੱਜ ਕੱਲ੍ਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਜਾ ਰਹੇ। ਤੋਂ ਸੋ ਅਸੀਂ ਜਿਹੜਾ ਅੱਜ ਵਿਸ਼ਾ ਲੈ ਕੇ ਤੁਰੇ ਹਾਂ ਉਸ ਵਿਸ਼ੇ ਦਾ ਨਾਮ ਹੈ ਡਿਪਰੈਸ਼ਨ। ਜੀ ਬਿਲਕੁਲ ਤਜਿੰਦਰ ਜੀ, ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਿਵੇਂ ਅੱਜ ਦੀ ਜਿਹੜੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਗੱਲ ਇਹ ਨਹੀਂ ਹੈ ਕਿ ਇਹ ਸਿਰਫ ਪੜ੍ਹੇ ਲਿਖੇ ਲੋਕਾਂ ਵਿੱਚ ਹੀ ਹੈ। ਇੱਕ ਆਮ ਵਰਗ ਦੇ ਲੋਕ, ਅਨਪੜ੍ਹ, ਪੜ੍ਹੇ ਲਿਖੇ ਜਾਂ ਗਰੀਬ ਵਰਗ ਦੇ ਲੋਕ ਲਾ ਲਓ, ਅਮੀਰ ਵਰਗ ਦੇ, ਹਰ ਕਿਸੇ ਇਨਸਾਨ ਦੇ ਵਿੱਚ ਇਹ ਜਿਹੜਾ ਡਿਪਰੈਸ਼ਨ ਹੈ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਹੀ ਹੈ। ਸੋ ਗੱਲ ਕਰੀਏ ਤਾਂ ਪਿਛਲੇ ਜਿਹੜੇ ਸਾਲ ਦੇ ਵਿੱਚ ਬਹੁਤ ਚਰਚਿਤ ਇੱਕ ਮਾਮਲਾ ਰਿਹਾ ਸੁਸ਼ਾਂਤ ਸਿੰਘ ਰਾਜਪੂਤ ਦਾ। ਸੋ ਉਹ ਦੇਖੋ ਇੱਕ ਨਾਮੀ ਹਸਤੀ ਸੀ, ਉਸਦੇ ਕੋਲ ਨੇਮ, ਫੇਮ, ਮਨੀ, ਹੀ ਹੈਜ਼ ਐਵਰੀਥਿੰਗ, ਰਾਈਟ? ਫਿਰ ਵੀ ਉਸਨੇ ਸੁਸਾਈਡ ਕਮਿਟ ਕੀਤਾ। ਸੋ ਇਸ ਦੇ ਪਿੱਛੇ ਕੀ ਕਾਰਨ ਸੀ, ਤੁਹਾਨੂੰ ਕੀ ਲੱਗਦਾ ਹੈ? ਵੈਸੇ ਮੈਨੂੰ ਤਾਂ ਇਹੀ ਲੱਗਦਾ ਸੀ, ਸੁਣਨ 'ਚ ਜਿਵੇਂ ਆਇਆ ਸੀ ਕਿ ਜਿੰਨੀਆਂ ਵੀ ਵੱਡੀਆਂ ਹਸਤੀਆਂ ਸੀਗੀਆਂ ਉਹ ਸੁਸ਼ਾਂਤ ਨੂੰ ਆਲਵੇਜ਼ ਨੀਵਾਂ ਦਿਖਾਉਂਦੀਆਂ ਸੀ ਜੀ। ਹਾਲਾਂਕਿ ਉਹਦਾ ਨਾਮ ਬਹੁਤ ਜ਼ਿਆਦਾ ਸੀ, ਫਿਰ ਵੀ ਲੋਕਾਂ ਨੂੰ ਐਦਾਂ ਲੱਗਦਾ ਸੀ ਕਿ ਨਹੀਂ ਯਾਰ, ਇਹ ਅੱਗੇ ਕਿਉਂ ਵੱਧ ਜੇ। ਅੱਜ ਕੱਲ੍ਹ ਦੀ ਜ਼ਿੰਦਗੀ 'ਚ ਵੀ ਇਹੀ ਚੀਜ਼ ਚੱਲ ਰਹੀ ਹੈ। ਅਗਰ ਬੰਦਾ ਜਦੋਂ ਅੱਗੇ ਵਧਣ ਲੱਗਦਾ ਤਾਂ ਲੋਕੀ ਉਹਨਾਂ ਦੀਆਂ ਲੱਤਾਂ ਖਿੱਚਣ ਨੂੰ ਪਿੱਛੇ ਤਿਆਰ ਰਹਿੰਦੇ ਆ, ਚਾਹੇ ਉਹ ਬੰਦੇ ਦਾ ਨਾਮ, ਉਸ ਬੰਦੇ ਕੋਲ ਸਾਰਾ ਕੁਝ ਹੋਵੇ, ਚਾਹੇ ਉਹ ਉਸ ਬੰਦੇ ਕੋਲ ਕੁਝ ਵੀ ਨਾ ਹੋਵੇ, ਤਾਂ ਵੀ ਬੰਦੇ ਦੀ ਇਹੀ ਥਿੰਕਿੰਗ ਹੋ ਰਹੀ ਹੈ ਕਿ ਅੱਜ ਕੱਲ੍ਹ ਉਸ ਬੰਦੇ ਨੂੰ ਅਸੀਂ ਉੱਪਰ ਚੜ੍ਹਨ ਨਹੀਂ ਦੇਣਾ। ਜੀ ਬਿਲਕੁਲ। ਸੋ ਜਿਵੇਂ ਸੁਸ਼ਾਂਤ ਸਿੰਘ ਰਾਜਪੂਤ ਸੀ, ਚਾਹੇ ਉਸਦੇ ਕੋਲ ਸਭ ਕੁਝ ਸੀ, ਬਟ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਉਸਦੀ ਜ਼ਿੰਦਗੀ ਦੇ ਵਿੱਚ ਇਕੱਲਾਪਣ ਸੀ ਜਿਹੜਾ, ਉਹ ਉਸਨੂੰ ਡਿਪਰੈਸ਼ਨ 'ਚ ਲੈ ਗਿਆ। ਡਿਪਰੈਸ਼ਨ ਦੀ ਜਿਹੜੀ ਉਸਦੇ ਅੰਦਰ ਮਾਤਰਾ ਇਸ ਕਦਰ ਤੱਕ ਵੱਧ ਗਈ ਕਿ ਉਹਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਸਭ ਕੁਝ ਹੁੰਦੇ ਹੋਏ ਵੀ, ਇੱਕ ਵਧੀਆ ਐਕਟਰ ਹੋਣ ਦੇ ਨਾਤੇ ਵੀ, ਘਰ-ਬਾਰ, ਸਭ ਕੁਝ, ਪੈਸਾ, ਹਰ ਇੱਕ ਚੀਜ਼ ਦੀ ਉਸਦੇ ਕੋਲ ਮਤਲਬ ਸਹੂਲਤ ਸੀ, ਬਟ ਫਿਰ ਵੀ ਜਿਹੜਾ ਉਹਨੇ ਕੁਝ ਕੁ ਕਾਰਨਾਂ ਨੂੰ ਲੈ ਕੇ ਡਿਪਰੈਸ਼ਨ ਦਾ ਮਤਲਬ ਕਿ ਸ਼ਿਕਾਰ ਹੋ ਗਿਆ, ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਐਵੇਂ ਅੱਜ ਕੱਲ ਮਤਲਬ ਘਰਾਂ 'ਚ ਚੱਲ ਰਿਹਾ। ਹੁਣ ਦੂਰ ਨਾ ਜਾਓ, ਪਿਛਲੇ ਸਾਲ ਦੀ ਜੇ ਆਪਾਂ ਗੱਲ ਲੈ ਕੇ ਚੱਲੀਏ, ਜਿਵੇਂ ਕਰੋਨਾ ਮਹਾਮਾਰੀ ਫੈਲੀ ਸੀ, ਉਹਨਾਂ ਦਿਨਾਂ 'ਚ ਕੀ ਹੋਇਆ? ਲੋਕਡਾਊਨ ਲੱਗਿਆ। ਲੋਕਡਾਊਨ 'ਚ ਲੋਕਾਂ ਦੀਆਂ ਦੁਕਾਨਾਂ ਬੰਦ ਹੋਈਆਂ, ਕਾਰੋਬਾਰ ਤਕਰੀਬਨ ਬੰਦ ਹੋ ਗਿਆ। ਸਕੂਲਾਂ ਵਾਲਿਆਂ ਦਾ ਜਿਹੜਾ ਮਾਪੇ ਸੀਗੇ, ਜਿਹੜੇ ਸਕੂਲਾਂ ਵਾਲੇ, ਉਹ ਪਰੇਸ਼ਾਨ ਹੋ ਗਏ। ਉਹ ਇੰਨੇ ਕੁ ਜ਼ਿਆਦਾ ਡਿਪਰੈਸ਼ਨ 'ਚ ਆ ਗਏ, ਜੇ ਉਹ ਹੁਣ ਵੀ ਅਗਰ ਫੀਸ ਦੇਣ ਦੀ ਅਗਰ ਉਹਨਾਂ ਨੂੰ ਗੱਲ ਕਹੀਏ ਤਾਂ ਇੰਨੇ ਕੁ ਜ਼ਿਆਦਾ ਡਿਪਰੈਸ ਹੋ ਜਾਂਦੇ ਆ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਕੀ ਕਰੀਏ, ਕਿਉਂਕਿ ਉਹਨਾਂ ਦਾ ਜਿਹੜਾ ਪਿਛਲਾ ਬੈਲੈਂਸ ਹੈ ਉਹ ਟੋਟਲੀ ਖਰਾਬ ਹੋ ਚੁੱਕਿਆ। ਅਗਲੇ ਵਾਲਾ ਫਿਊਚਰ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਆਪਣਾ ਉਹ ਅਗਲਾ ਕਿਵੇਂ ਚਲਾਉਣ, ਕਿਉਂਕਿ ਟੋਟਲੀ ਬਿਜ਼ਨਸ ਬੰਦ ਹੋਣ ਕਰਕੇ ਉਹਨਾਂ ਕੋਲ ਪੈਸਾ ਨਹੀਂ ਰਿਹਾ। ਨੌਕਰੀਆਂ ਵਾਲੇ ਘਰ ਬੈਠੇ ਸਨ, ਕੁਝ ਕੁ ਜਿਹੜੇ ਅਦਾਰੇ ਸੀ ਉਹ ਖੁੱਲ੍ਹੇ ਸੀਗੇ, ਬਟ ਫਿਰ ਵੀ ਜਿਹੜੇ ਅਦਾਰੇ ਖੁੱਲ੍ਹੇ ਸੀ ਉਹਨਾਂ ਦੀ ਵੀ ਪੇ ਸਕੇਲ ਜਿੰਨਾ ਵੀ ਸੀ ਉਸ 'ਚੋਂ ਵੀ 30% ਕੱਟ ਕੇ ਆਉਂਦਾ ਸੀ। ਇਸੇ ਕਰਕੇ ਲੋਕਾਂ ਦਾ ਜਿਹੜਾ ਬੈਲੈਂਸ ਸੀਗਾ ਜੋ ਸਾਲ ਦਾ ਉਹ ਮੰਨ ਕੇ ਲੈ ਕੇ ਚੱਲਦੇ ਹੁੰਦੇ ਆ, ਉਹ ਤਕਰੀਬਨ ਘਟ ਚੁੱਕਾ ਸੀ। ਉਸ ਕਰਕੇ ਵੀ ਜਿਹੜੇ ਪੇਰੈਂਟਸ ਜਾਂ ਬੱਚੇ ਤੱਕ ਵੀ, ਬੱਚਿਆਂ ਦੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਬੱਚੇ ਨੂੰ ਆਹ ਚੀਜ਼ਾਂ ਮਿਲਦੀਆਂ ਸੀਗੀਆਂ, ਜਦੋਂ ਬੱਚੇ ਨੂੰ ਚੀਜ਼ਾਂ ਦੀ ਘਾਟ ਹੋ ਜੇ ਨਾ ਤਾਂ ਬੱਚੇ ਉਹ ਡਿਪਰੈਸ਼ਨ 'ਚ ਆ ਜਾਂਦੇ ਕਿ ਸਾਨੂੰ ਇਹ ਚੀਜ਼ ਪਹਿਲਾਂ ਮਿਲਦੀ ਹੁੰਦੀ ਸੀ, ਬਟ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਕਿ ਅੱਜ ਕੱਲ੍ਹ ਦੌਰ ਕੀ ਚੱਲ ਰਿਹਾ, ਹੋ ਕੀ ਰਿਹਾ। ਬਟ ਉਹਨਾਂ ਨੂੰ ਆਪਾਂ ਕਿਵੇਂ ਦੱਸਾਂਗੇ? ਉਹਨਾਂ ਨੂੰ ਅਗਰ ਦੱਸਾਂਗੇ ਆਪਾਂ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੈਗੇ ਆ, ਉਹ ਵੀ ਹੋਰ ਜ਼ਿਆਦਾ ਹੋ ਜਾਣਗੇ ਜਦੋਂ ਉਹਨਾਂ ਨੂੰ ਚੀਜ਼ ਨਹੀਂ ਮਿਲਦੀ। ਵੈਸੇ ਤਾਂ ਹੁੰਦੇ ਹੀ ਹੁੰਦੇ ਆ, ਅਗਰ ਹੋਰ ਦੱਸ ਦਾਂਗੇ ਤਾਂ ਹੋਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ। ਜੀ ਬਿਲਕੁਲ। ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਛੋਟੇ ਛੋਟੇ ਬੱਚੇ ਵੀ ਹੈ ਉਹ ਵੀ ਅੱਜ ਦੀ ਡੇਟ 'ਚ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਸੋ ਚਾਹੀਦਾ ਕੀ ਹੈ, ਪੇਰੈਂਟਸ ਨੂੰ ਚਾਹੀਦਾ ਕਿ ਬੱਚਿਆਂ ਨੂੰ ਆਪਣਿਆਂ ਨੂੰ ਜਿੰਨਾ ਹੋ ਸਕਦਾ ਘਰੇਲੂ ਹਿੰਸਾ ਤੋਂ ਦੂਰ ਰੱਖਿਆ ਜਾਵੇ, ਕਿਉਂਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਡਿਊ ਟੂ ਐਡਵਾਂਸਮੈਂਟ ਆਫ ਟੈਕਨੋਲੋਜੀ, ਹਰ ਜਿਹੜਾ ਪੇਰੈਂਟਸ ਹੈ, ਕਿਉਂਕਿ ਸਿੰਗਲ ਪੇਰੈਂਟਸ ਦਾ ਘਰ ਦੇ ਵਿੱਚ ਜੋ ਵੀ ਕਮਾਉਂਦੇ ਨੇ ਉਸਦੇ ਨਾਲ ਗੁਜ਼ਾਰਾ ਜਿਹੜਾ ਨਹੀਂ ਚੱਲਦਾ। ਸੋ ਦੋਵੇਂ ਪੇਰੈਂਟਸ ਦਾ ਕਮਾਉਣਾ ਜਿਹੜਾ ਲਾਜ਼ਮੀ ਹੋ ਚੁੱਕਿਆ ਹੋਇਆ ਅੱਜ ਦੇ ਦੌਰ ਦੇ ਵਿੱਚ। ਸੋ ਦੋਨਾਂ ਦਾ ਕੰਮ ਤੇ ਜਾਣਾ, ਉੱਥੇ ਜਾ ਕੇ ਇੰਨੀ ਜ਼ਿਆਦਾ ਉਹਨਾਂ ਦੀ ਐਨਰਜੀ ਜਿਹੜੀ ਹੈ ਉੱਥੇ ਲੱਗ ਜਾਂਦੀ ਹੈ, ਘਰ ਆ ਕੇ ਫਿਰ ਕੰਮ ਨਾ ਕਰਨਾ ਜਾਂ ਇੱਕ ਦੂਜੇ ਨੂੰ ਟਾਈਮ ਨਾ ਦੇ ਪਾਉਣਾ, ਉਹ ਕਿਤੇ ਨਾ ਕਿਤੇ ਜਾ ਕੇ ਘਰੇਲੂ ਹਿੰਸਾ ਦਾ ਵੀ ਕਾਰਨ ਬਣ ਜਾਂਦਾ ਹੈ। ਸੋ ਜਦੋਂ ਘਰੇਲੂ ਹਿੰਸਾ ਬੱਚਿਆਂ ਦੇ ਸਾਹਮਣੇ ਹੋਣ ਲੱਗ ਜੇ, ਬੱਚੇ ਜਿਹੜੇ ਉਹ ਕਿਸੇ ਨਾਲ ਆਪਣੇ ਮਨ ਦੀ ਗੱਲ ਨਹੀਂ ਸ਼ੇਅਰ ਕਰ ਪਾਉਂਦੇ, ਨਾ ਹੀ ਉਹ ਆਪਣੇ ਪੇਰੈਂਟਸ ਨਾਲ ਕਰ ਪਾਉਂਦੇ, ਫਿਰ ਕੀ ਹੁੰਦਾ ਹੈ
ਕਿ ਬੱਚੇ ਵੀ ਜਿਹੜੇ ਡਿਪਰੈਸ਼ਨ ਦਾ ਜਿਹੜਾ ਸ਼ਿਕਾਰ ਹੋ ਜਾਂਦੇ, ਮਤਲਬ ਅੰਦਰੋਂ ਅੰਦਰੀ ਉਹ ਘੁੱਟ ਜਾਂਦੇ ਆ। ਕਈ ਵਾਰ ਤਾਂ ਉਹ ਕਿਸੇ ਦਾ ਸਾਥ ਭਾਲਦੇ ਆ, ਬਟ ਜੇ ਕਿਸੇ ਦਾ ਸਾਥ ਵੀ ਉਹਨਾਂ ਨੂੰ ਮਿਲ ਜਾਂਦਾ ਹੈ, ਫਿਰ ਕੀ ਹੁੰਦਾ ਹੈ ਕਿ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਹੁੰਦਾ ਕਿ ਅਗਲਾ ਪਰਸਨ ਉਹ ਠੀਕ ਹੈ ਜਾਂ ਉਸ ਲਈ ਗਲਤ ਹੈ। ਉਹਨਾਂ ਨੂੰ ਇਹ ਵੀ ਦੱਸਣਾ ਪੈਂਦਾ ਹੈ ਕਿ ਕਿਸ ਪਰਸਨ ਨਾਲ ਤੁਸੀਂ ਇਹ ਗੱਲ ਸ਼ੇਅਰ ਕਰਨੀ ਹੈ। ਹੋ ਸਕੇ ਤਾਂ ਜਿਵੇਂ ਅਗਰ ਪੇਰੈਂਟਸ ਔਰ ਆਪਣੇ ਆਪਸ ਵਿੱਚ ਹੁੰਦੇ ਬੱਚੇ, ਇਹ ਆਪਸ ਵਿੱਚ ਹੀ ਜਿਹੜੀ ਗੱਲ ਹੈ ਉਹ ਸਾਰੀ ਕਲੀਅਰ ਕਰ ਲੈਣ। ਕਿਸੇ ਬਾਹਰ ਬੱਚੇ ਨੂੰ ਕਿਸੇ ਕੋਲ ਬਾਹਰ ਜਾਣ ਦੀ ਜ਼ਰੂਰਤ ਹੀ ਨਾ ਪਵੇ। ਪੇਰੈਂਟਸ ਨੂੰ ਕੀ ਹੈ, ਜਿਵੇਂ ਆਪਾਂ ਹੁਣ ਜਿਵੇਂ ਮੈਂ ਹੀ ਲਗਾ ਲਾਂ, ਮੈਂ ਅਗਰ ਸਾਰਾ ਦਿਨ ਆਫਿਸ ਵਿੱਚ ਰਹਿੰਦੀ ਹਾਂ, ਮੈਂ 6 ਜਾਂ 7 ਵਜੇ ਆਫਿਸ ਤੋਂ ਜਾਂਦੀ ਹਾਂ, ਮੈਂ ਆਪਣੇ ਬੱਚਿਆਂ ਨੂੰ ਬਿਲਕੁਲ ਵੀ ਟਾਈਮ ਨਹੀਂ ਦਊਂਗੀ ਤਾਂ ਕੀ ਹੋਊਗਾ, ਬੱਚੇ ਅੰਦਰੋਂ ਅੰਦਰੀ ਘੁੱਟੀ ਜਾਂਦੇ ਆ ਕਿ ਸਾਡੇ ਮੰਮਾ ਸਾਨੂੰ ਟਾਈਮ ਨਹੀਂ ਦੇ ਪਾ ਰਹੇ। ਸੋ ਮੇਰੀ ਵੀ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਹੈ ਕਿ ਜਿਹੜੇ ਵੀ ਮਤਲਬ ਵਰਕਰਸ ਹੈ ਜਾਂ ਹਾਊਸ ਵਾਈਫ ਵੀ ਕੀ ਹੋ ਰਹੀਆਂ ਅੱਜ ਕੱਲ੍ਹ, ਇਹ ਨਹੀਂ ਕਿ ਡਿਊਟੀ ਵਾਲੇ, ਹਾਊਸ ਵਾਈਫ ਕੀ ਹੈ ਅੱਜ ਕੱਲ੍ਹ ਮੋਬਾਈਲਸ ਤੇ ਰਹਿੰਦੀਆਂ, ਤਕਰੀਬਨ ਉਹਨਾਂ ਦਾ ਸਾਰਾ ਟਾਈਮ ਮੋਬਾਈਲਸ ਤੇ ਨਿਕਲ ਜਾਂਦਾ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੇ ਬੱਚੇ ਨੇ ਰੋਟੀ ਖਾਧੀ ਹੈ ਜਾਂ ਨਹੀਂ ਖਾਧੀ, ਕੀ ਉਹਦੇ ਬੱਚੇ ਨੂੰ ਕੁਝ ਚਾਹੀਦਾ ਜਾਂ ਨਹੀਂ ਚਾਹੀਦਾ। ਉਹਦਾ ਧਿਆਨ ਮਤਲਬ ਟੋਟਲੀ ਮੋਬਾਈਲ ਦੇ ਵਿੱਚ ਚਲਾ ਜਾਂਦਾ ਹੈ। ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਦੱਸਿਆ। ਸੋ ਜਿਵੇਂ ਮੈਂ ਕੁਝ ਕੁ ਮਾਮਲੇ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ। ਜਿਵੇਂ ਅਸੀਂ ਚੰਡੀਗੜ੍ਹ ਦੇ ਵਿੱਚ ਹੀ ਇੱਕ ਸਰਕਾਰੀ ਟੀਚਰ ਸੀ ਤੇ ਉਸਦੀ ਧਰਮ ਪਤਨੀ ਵੀ ਸਰਕਾਰੀ ਟੀਚਰ ਸੀ। ਕੀ ਹੋਇਆ, ਇੱਕ ਛੋਟੀ ਜਿਹੀ ਤਕਰਾਰ ਨੂੰ ਲੈ ਕੇ ਉਹ ਲੋਕੀ ਕੁਇਕਲੀ ਆਪਣੀ ਲਾਈਫ 'ਚ ਡਿਸੀਜਨ ਲੈਂਦੇ ਆ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਨ ਦਾ, ਜਿਹੜੇ ਕਿ ਡਿਪਰੈਸ਼ਨ ਦੇ ਆਲਰੇਡੀ ਪੇਸ਼ੈਂਟ ਹੁੰਦੇ ਆ। ਠੀਕ ਹੈ, ਉਹਨਾਂ ਦੇ ਆਪਸ ਵਿੱਚ ਘਰ 'ਚ ਥੋੜੀ ਜਿਹੀ ਬਹਿਸ ਵਸਾਈ ਹੋਈ ਹੈ। ਉਹਨਾਂ ਦੇ 2 ਬੱਚੇ ਸੀ, ਦੋਨੋਂ ਬੇਟੇ ਸੀ, ਆਪਣਾ ਘਰ ਸੀ, ਫਾਦਰ ਵੀ ਜਿਹੜੇ ਹੈਗੇ ਗਵਰਨਮੈਂਟ EMPLOYE, ਮਦਰ ਵੀ ਗਵਰਨਮੈਂਟ EMPLOYE। ਸਿਰਫ ਇੱਕ ਘਰ ਵੇਚਣ ਨੂੰ ਲੈ ਕੇ ਉਹਨਾਂ ਦੀ ਥੋੜੀ ਜਿਹੀ ਤਕਰਾਰਬਾਜ਼ੀ ਹੋਈ। ਇੰਨੀ ਕੁ ਤਕਰਾਰਬਾਜ਼ੀ ਨੂੰ ਲੈ ਕੇ ਜਿਹੜਾ ਮਤਲਬ ਕਿ ਫਾਦਰ ਸੀ ਉਹਨੇ ਮਦਰ ਨੂੰ ਕਿਲ ਕਰ ਦਿੱਤਾ ਤੇ ਉਸਨੂੰ ਬੈੱਡ ਦੇ ਥੱਲੇ ਰੱਖ ਦਿੱਤਾ ਤੇ ਆਪਣੇ ਵੱਡੇ ਬੇਟੇ ਨੂੰ ਨਾਲ ਲੈ ਕੇ ਤੇ ਦੋਨੇ ਬੇਟਿਆਂ ਨੂੰ ਨਾਲ ਲੈ ਕੇ ਜਾ ਕੇ ਨਹਿਰ ਵਿੱਚ ਗੱਡੀ 'ਚ ਲੈ ਕੇ ਛਾਲ ਮਾਰ ਦਿੱਤੀ। ਉਹ ਘਰ ਵੇਚਣ ਦੀ ਨੌਬਤ ਕਿਉਂ ਆਈ, ਇਹ ਵੀ ਆਪਾਂ ਦੱਸ ਦਿੰਨੇ ਆ। ਘਰ ਵੇਚਣਾ, ਜਿਵੇਂ ਆਪਾਂ ਲੋਨ ਲੈ ਲੈਂਦੇ ਆ। ਅੱਜ ਕੱਲ ਕੀ ਹੋ ਗਿਆ, ਦਿਖਾਵੇ ਦੀ ਜ਼ਿੰਦਗੀ ਬਹੁਤ ਜ਼ਿਆਦਾ ਚੱਲ ਰਹੀ ਹੈ ਕਿ ਜੇ ਮੇਰੇ ਨਾਲ ਦੇ ਜਾਂ ਮੇਰੇ ਕਿਸੇ ਰਿਸ਼ਤੇਦਾਰ ਨੇ ਘਰ ਲਿਆ ਤਾਂ ਅਸੀਂ ਚਾਹੁੰਦੇ ਆ ਕਿ ਉਸ ਤੋਂ ਵੱਡਾ ਘਰ ਲਈਏ। ਇਹ ਨਹੀਂ ਹੋਣਾ ਚਾਹੀਦਾ। ਜਿੰਨੇ ਕੁ ਤੁਹਾਡੇ ਕੋਲ ਪੈਸੇ ਹੈ, ਕਹਿੰਦੇ ਨੇ ਕਿ ਜਿੰਨੀ ਕੁ ਚੱਦਰ ਉਨੇ ਕੁ ਪੈਰ ਪਸਾਰਨੇ ਚਾਹੀਦੇ ਆ। ਜਿੰਨੇ ਕੁ ਤੁਹਾਡੇ ਕੋਲ ਪੈਸੇ ਆ ਤੁਸੀਂ ਉਨੇ ਵਿੱਚ ਹੀ ਕਰ ਲਓ। ਅਗਰ ਨਹੀਂ ਹੈ, ਅਗਰ ਤੁਹਾਡਾ ਰੈਂਟ 'ਚ ਵੀ ਗੁਜ਼ਾਰਾ ਚੱਲਦਾ ਤਾਂ ਉਸੇ 'ਚ ਸੋਚੋ। ਫਿਊਚਰ 'ਚ ਅਗਰ ਤੁਸੀਂ ਕੁਝ ਸੇਵ ਕੀਤਾ ਵਾ ਫਿਰ ਤੁਸੀਂ ਘਰ ਲੈਣ ਦੀ ਸੋਚ ਸਕਦੇ ਹੋ। ਹੁਣ ਦੇਖੋ, ਤੁਸੀਂ ਘਰ ਤਾਂ ਲੈ ਲਿਆ, ਨਾ ਤੁਸੀਂ ਉਸ ਘਰ ਦੀਆਂ ਕਿਸ਼ਤਾਂ ਉਤਾਰ ਸਕੇ, ਤੁਸੀਂ ਖੁਦ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋਏ ਹੋ, ਨਾਲ ਤੁਹਾਡੇ ਜਿਹੜੇ ਫੈਮਿਲੀ ਮੈਂਬਰਸ ਵੀ ਹੈ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ। ਫਿਰ ਕੀ ਹੁੰਦਾ ਹੈ ਕਿ ਮਤਲਬ ਕੋਈ ਨਾ ਕੋਈ ਕਦਮ ਚੁੱਕਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੇ ਵੀ ਇਦਾਂ ਹੀ ਕੀਤਾ ਹੈ ਕਿ ਕੋਈ ਨਾ ਕੋਈ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ, ਆਪ ਤਾਂ ਮਰਦੇ ਨਾਲ ਦੂਸਰੇ ਨੂੰ ਵੀ ਲੈ ਜਾਂਦੇ ਆ। ਜੀ ਬਿਲਕੁਲ, ਜਿਵੇਂ ਹੁਣ ਅਗਰ ਆਪਾਂ ਪਿਛਲੀ ਗੱਲ ਕਰੀਏ, ਕੁਝ ਕੁ ਦਿਨ ਪਹਿਲਾਂ ਹੀ ਬਠਿੰਡੇ ਦੇ ਵਿੱਚ ਕੀ ਹੋਇਆ, ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਜਿਹੜੇ ਯੰਗਸਟਰ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿਣਾ ਸ਼ੁਰੂ ਕਰ ਦਿੰਦੇ ਨੇ। ਸੋ ਇੱਕ ਲੜਕਾ ਲੜਕੀ ਦਾ ਕੋਈ ਅਫੇਅਰ ਸੀ ਤੇ ਲੜਕੀ ਵੱਲੋਂ ਉਸ ਲੜਕੇ ਨੂੰ ਲਗਾਤਾਰ ਜਿਹੜਾ ਹੈ ਬਲੈਕਮੇਲ ਕੀਤਾ ਜਾ ਰਿਹਾ ਸੀ ਤੇ ਈਵਨ ਲੜਕੀ ਦੇ ਪੇਰੈਂਟਸ ਵੱਲੋਂ ਵੀ ਉਸ ਦੇ ਉੱਤੇ ਵਿਆਹ ਦਾ ਦਬਾਅ ਪਾਇਆ ਜਾ ਰਿਹਾ ਸੀ। ਸੋ ਲੜਕੇ ਨੇ ਕੀ ਕੀਤਾ, ਉਸਨੇ ਇਹ ਗੱਲ ਕਿਸੇ ਦੇ ਨਾਲ ਵੀ ਸ਼ੇਅਰ ਨਾ ਕੀਤੀ। ਜਦੋਂ ਲਾਈਕ ਉਸਨੇ ਵੀਡੀਓ ਬਣਾ ਕੇ ਫਿਰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਕਿ ਮੈਂ ਉਸ ਕੁੜੀ ਦੇ ਨਾਲ ਵਿਆਹ ਤਾਂ ਨਹੀਂ ਕਰਵਾਇਆ ਕਿ ਜਿਹੜਾ ਮੇਰੀ ਬਦਨਾਮੀ ਹੋਣੀ ਸੀ, ਬਟ ਜਿਹੜਾ ਉਸਨੇ ਮਰਨ ਤੋਂ ਬਾਅਦ ਜਿਹੜਾ ਕਾਰਾ ਕਰ ਦਿੱਤਾ ਉਹ ਤਾਂ ਬਿਲਕੁਲ ਹੀ ਉਹਦੇ ਘਰਦਿਆਂ ਨੂੰ ਲੈ ਬੈਠਾ। ਇਸ ਤੋਂ ਬੈਟਰ ਸੀ ਕਿ ਉਹ ਜੋ ਵੀ ਉਹਦੇ ਦਿਮਾਗ 'ਚ ਦਿਲ 'ਚ ਕੋਈ ਸਮੱਸਿਆ ਚੱਲ ਰਹੀ ਸੀ, ਉਸਨੂੰ ਚਾਹੀਦਾ ਸੀ ਕਿ ਆਪਣੇ ਪੇਰੈਂਟਸ ਦੇ ਨਾਲ ਡਿਸਕਸ ਕਰਦਾ, ਆਪਣੇ ਕਿਸੇ ਦੋਸਤ ਮਿੱਤਰ ਦੇ ਨਾਲ ਡਿਸਕਸ ਕਰਦਾ ਤਾਂ ਕਿ ਉਸਨੂੰ ਕੋਈ ਨਾ ਕੋਈ ਸੋਲੂਸ਼ਨ ਮਿਲਦਾ। ਉਹਨੇ ਕੀ ਕੀਤਾ ਕਿ ਆਪਣੇ ਭੂਆ ਦੇ ਘਰ 'ਚੋਂ ਰਿਵਾਲਵਰ ਲੈ ਕੇ ਉਹਨਾਂ ਨੂੰ ਬਿਨਾਂ ਦੱਸੇ ਪਹਿਲਾਂ ਲੜਕੀ ਨੂੰ ਸ਼ੂਟ ਕੀਤਾ, ਫਿਰ ਲੜਕੀ ਦੇ ਪੇਰੈਂਟਸ ਨੂੰ ਸ਼ੂਟ ਕੀਤਾ, ਫਿਰ ਰਾਤ ਨੂੰ ਜਿਹੜਾ ਆਪਣਾ ਵੀਡੀਓ ਬਣਾ ਕੇ ਆਪਣੇ ਆਪ ਨੂੰ ਵੀ ਸ਼ੂਟ ਕਰ ਲਿਆ। ਇਹ ਗੱਲ ਉਸਦੇ ਪੇਰੈਂਟਸ ਨੂੰ ਬਿਲਕੁਲ ਵੀ ਨਹੀਂ ਪਤਾ ਸੀ। ਉਹਦੇ ਅੰਤਿਮ ਸੰਸਕਾਰ ਤੋਂ ਬਾਅਦ ਜਿਹੜੇ ਉਹਦੇ ਪੇਰੈਂਟਸ ਨੂੰ ਪਤਾ ਚੱਲੀ ਹੈ। ਵੈਸੇ ਅੱਜ ਕੱਲ ਹੋ ਹੀ ਰਿਹਾ ਹੈ। ਹੁਣ ਜਿਵੇਂ ਹੁਣੇ ਬਟਾਲਾ ਦੇ ਇੱਕ ਪਿੰਡ ਸੀ, ਨੇੜਲੇ ਪਿੰਡ ਵਿੱਚ ਕੀ ਆਇਆ ਕਿ ਇੱਕ ਮਾਂ ਨੇ ਖੁਦ ਵੀ ਜ਼ਹਿਰ ਖਾ ਲਿਆ ਔਰ ਆਪਣੇ ਇੱਕ 4 ਮਹੀਨੇ ਦੀ ਬੱਚੀ ਨੂੰ 4 ਸਾਲ ਦੀ ਬੱਚੀ ਨੂੰ ਔਰ 6 ਸਾਲ ਦੇ ਲੜਕੇ ਨੂੰ ਉਹਨੂੰ ਵੀ ਜ਼ਹਿਰ ਦੇ ਦਿੱਤਾ। ਹਾਲਾਂਕਿ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਬਾਕੀ ਉਹਨਾਂ ਦੀ ਪਤਾ ਨਹੀਂ, ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਇਸ ਟਾਈਮ। ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ, ਬਟ ਅੱਜ ਕੱਲ ਮੇਨ ਕਾਰਨ ਕੀ ਹੁੰਦਾ, ਮੈਂ ਵੈਸੇ ਦੱਸਦੀ ਹਾਂ ਕਿ ਹਸਬੈਂਡ ਵਾਈਫ ਦੀ ਆਪਸ 'ਚ ਲੜਾਈ ਹੋ ਜਾਂਦੀ ਹੈ। ਉਹ ਹਸਬੈਂਡ ਇੰਨਾ ਕੁ ਜ਼ਿਆਦਾ ਲੇਡੀ ਨੂੰ ਉਕਸਾ ਦਿੰਦਾ ਹੈ ਕਿ ਉਹ ਮਜਬੂਰ ਹੋ ਜਾਂਦੀ ਹੈ, ਨਾ ਚਾਹੁੰਦੇ ਹੋਏ ਵੀ ਉਸਨੂੰ ਇਹ ਕਦਮ ਚੁੱਕਣਾ ਪੈਂਦਾ। ਕਿਉਂਕਿ ਕਈ ਵੇਲੇ ਚਾਹੇ ਲੇਡੀਜ਼ ਵੀ ਹੋਣ ਚਾਹੇ ਜੈਂਟਸ ਹੋਣ, ਮੈਂ ਦੋਨਾਂ ਦੀ ਗੱਲ ਲੈ ਕੇ ਚੱਲਦੀ ਹਾਂ ਕਿ ਜਦੋਂ ਜੈਂਟਸ ਵਿਹਲੇ ਬੈਠ ਜਾਂਦੇ ਆ ਘਰ, ਉਹ ਵੀ ਕੁਝ ਕਾਰਨਾਂ ਕਰਕੇ ਬੈਠਦੇ ਆ ਤਾਂ ਲੇਡੀ ਉਹਨੂੰ ਆਲਵੇਜ਼ ਟੌਰਚਰ ਕਰਦੀ ਰਹਿੰਦੀ ਇਸ ਗੱਲ ਨੂੰ ਕਿ ਤੂੰ ਜਾ, ਤੂੰ ਕਮਾਈ ਕਰਕੇ ਲੈ ਕੇ ਆ। ਕਈ ਵਾਰ ਉਹਨੂੰ ਨਹੀਂ ਵੀ ਕੰਮ ਮਿਲਦਾ, ਪਰ ਫਿਰ ਵੀ ਲੇਡੀਜ਼ ਨੂੰ ਉਸ ਮਾਮਲੇ 'ਚ ਕੋਆਪਰੇਟ ਕਰਨਾ ਚਾਹੀਦਾ, ਨਾ ਕਿ ਉਸ ਨਾਲ ਲੜਨਾ ਚਾਹੀਦਾ। ਉਹ ਲੜ ਕੇ ਇਹ ਸਿਚੁਏਸ਼ਨ ਬਣ ਜਾਂਦੀ ਹੈ ਕਿ ਜਾਂ ਤਾਂ ਉਹ ਚਾਹੇ ਜੈਂਟਸ ਹੋਵੇ ਚਾਹੇ ਉਹ ਲੇਡੀਜ਼ ਹੋਵੇ, ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਆ।
ਜੀ ਬਿਲਕੁਲ, ਤਜਿੰਦਰ ਜੀ ਨੇ ਬਿਲਕੁਲ ਸਹੀ ਕਿਹਾ। ਜਿਵੇਂ ਅਸੀਂ ਕਰੋਨਾ ਦੀ ਹੀ ਗੱਲ ਕਰਦੇ ਹਾਂ, ਕਰੋਨਾ ਵਿੱਚ ਕੀ ਸੀ, ਜਦੋਂ ਲੋਕਡਾਊਨ ਹੋਇਆ, ਮੇਰੇ ਰਿਲੇਟਿਵਸ, ਮੇਰੀਆਂ ਫਰੈਂਡਸ, ਦੋਜ਼ ਹੂ ਆਰ ਲਿਵਿੰਗ ਇਨ ਕੈਨੇਡਾ, ਦੇ ਟੋਲਡ ਮੀ ਕਿ ਜਿਵੇਂ ਕੁਆਰੰਟੀਨ ਹੋਏ, ਕਦੇ ਵੀ ਸ਼ਾਇਦ ਹਸਬੈਂਡ ਵਾਈਫ ਨੇ ਇੰਨਾ ਟਾਈਮ ਇਕੱਠੇ ਨਹੀਂ ਬਿਤਾਇਆ ਸੀ ਜਿੰਨਾ ਕਿ ਕੁਆਰੰਟੀਨ ਟਾਈਮ ਦੇ ਵਿੱਚ ਬਿਤਾਇਆ, ਤੇ ਸਭ ਤੋਂ ਵੱਧ ਡਾਈਵੋਰਸ ਦੇ ਰੀਜ਼ਨ ਹੀ ਕੁਆਰੰਟੀਨ ਟਾਈਮ ਬਣ ਗਿਆ। ਸਹੀ ਗੱਲ ਆ। ਸੋ ਦੇਖੋ, ਤੁਸੀਂ ਖੁਦ ਸੋਚੋ, ਕਿਤੇ ਇਨਸਾਨ ਨੂੰ ਇਕੱਠਿਆਂ ਨੂੰ ਬੈਠਣਾ ਚਾਹੀਦਾ, ਟਾਈਮ ਸਪੈਂਡ ਕਰਨਾ ਚਾਹੀਦਾ, ਇੱਕ ਦੂਜੇ ਨਾਲ ਆਪਣੀ ਸਮੱਸਿਆਵਾਂ ਡਿਸਕਸ ਕਰਨੀਆਂ ਚਾਹੀਦੀਆਂ, ਤੇ ਕਿਤੇ ਅੱਜ ਸਮੱਸਿਆਵਾਂ ਡਿਸਕਸ ਕਰਨ ਦਾ ਟਾਈਮ ਆਇਆ ਤੇ ਉਹ ਇੱਕ ਦੂਸਰੇ ਤੋਂ ਉਹਨਾਂ ਨੇ ਆਪਣੇ ਰਾਹ ਹੀ ਵੱਖਰੇ ਕਰ ਲਏ। ਪਰ ਅੱਜ ਕੱਲ ਹੋਈ ਇਹੀ ਰਿਹਾ, ਜਿੰਨਾ ਆਪਾਂ ਹਸਬੈਂਡ ਵਾਈਫ ਟਾਈਮ ਸਪੈਂਡ ਕਰਦੇ ਆ ਨਾ, ਇਹ ਨਹੀਂ ਮੈਂ ਕਹਿੰਦੀ 100 ਚੋਂ ਕੁਝ ਕੁ % ਹੁੰਦੇ ਕਿ ਜਿੰਨਾ 'ਚ ਅੱਛਾ ਰਹਿੰਦਾ ਹੈ। ਕਈ ਜਗ੍ਹਾ ਤਾਂ ਅੱਜ ਕੱਲ ਇਹੀ ਚੱਲ ਰਿਹਾ, ਅਗਰ ਹਸਬੈਂਡ ਵਾਈਫ ਇਕੱਠੇ ਥੋੜੀ ਦੇਰ ਹੀ ਬੈਠ ਜਾਣ, ਪਤਾ ਨਹੀਂ ਕਿਸ ਗੱਲ ਨੂੰ ਲੈ ਕੇ ਐਡਾ ਵੱਡਾ ਕਲੇਸ਼ ਵੱਜ ਜਾਂਦਾ ਕਿ ਉਹ ਐਦਾਂ ਦਾ ਕਲੇਸ਼ ਵੀ ਹੋ ਜਾਂਦਾ ਕਿ ਇੱਕ ਦੂਜੇ ਦੇ ਮਰਨ ਮਰਾਣ ਤੱਕ ਆ ਜਾਂਦੇ ਆ ਉਹ। ਜੀ ਬਿਲਕੁਲ, ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਹੜੇ ਡਿਪਰੈਸ਼ਨ ਕਰਕੇ, ਡਿਪਰੈਸ਼ਨ ਕੀ ਹੈ, ਸਾਡੀ ਮਾਨਸਿਕ ਜਿਹੜੀ ਸੋਚਣ ਸ਼ਕਤੀ ਨੂੰ ਜਿਹੜਾ ਬਿਲਕੁਲ ਹੀ ਖਤਮ ਕਰ ਦਿੰਦਾ ਹੈ। ਖਾਸ ਤੌਰ ਤੇ ਅਗਰ ਆਪਾਂ ਯੰਗਸਟਰਸ ਦੀ ਗੱਲ ਕਰੀਏ, ਅਸੀਂ ਅਕਸਰ ਕਹਿੰਦੇ ਹਾਂ ਕਿ ਉਹ ਨਸ਼ੇੜੀ ਹੈ, ਉਹ ਨਸ਼ੇ ਕਰਦਾ, ਉਹ ਇਹ ਉਹ, ਬਟ ਅਸੀਂ ਕਦੇ ਇਹ ਕਾਰਨ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਨਸ਼ੇ ਕਰਦਾ ਕਿਉਂ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਹੈ ਡਿਪਰੈਸ਼ਨ, ਕਿਉਂਕਿ ਕਿਸੇ ਦੇ ਵੀ ਘਰ 'ਚ ਕੋਈ ਵੀ ਸਮੱਸਿਆ ਹੋ ਸਕਦੀ ਹੈ, ਬਟ ਦੋਸਤੋ ਤੁਸੀਂ ਕਿਸੇ ਵੀ ਗੱਲ ਨੂੰ ਲੈ ਕੇ ਆਪਣੇ ਮਨ ਤੇ ਬੋਝ ਨਹੀਂ ਰੱਖਣਾ, ਨਾ ਹੀ ਕੋਈ ਗਲਤ ਰਾਹ ਚੁਣਨਾ ਹੈ, ਕਿਉਂਕਿ ਜ਼ਿੰਦਗੀ ਦੇ ਉਤਰਾਅ ਚੜਾਏ, ਕਈ ਵਾਰ ਟਾਈਮ ਐਦਾਂ ਦਾ ਆਉਂਦਾ ਕਿ ਸਾਨੂੰ ਅਪ ਬਹੁਤ ਜ਼ਿਆਦਾ ਅਸੀਂ ਹੋ ਜਾਂਦੇ, ਕਈ ਵਾਰ ਟਾਈਮ ਐਦਾਂ ਦਾ ਆਉਂਦਾ ਕਿ ਅਸੀਂ ਡਾਊਨ ਵੀ ਹੋ ਜਾਂਦੇ ਆ, ਪਰ ਹਰ ਦਿਨ ਇੱਕੋ ਜਿਹੇ ਨਹੀਂ ਹੁੰਦੇ। ਇਹ ਦਿਨਾਂ ਨੂੰ ਬਣਾਉਣਾ ਵੀ ਤੁਸੀਂ ਹੈ ਔਰ ਦਿਨਾਂ ਨੂੰ ਗਲਤ ਵੀ ਤੁਸੀਂ ਹੀ ਕਰਨਾ ਹੈ, ਤੁਹਾਡੇ ਹੱਥ ਵਿੱਚ ਹੁੰਦਾ। ਚਾਹੇ ਤੁਹਾਨੂੰ, ਅਗਰ ਮੈਂ ਇੱਕ ਚੀਜ਼ ਹੋਰ ਦੇਖੀ ਹੈ ਕਿ ਜਿਵੇਂ ਬਿਜ਼ਨਸਮੈਨ ਹੈ, ਉਹਨਾਂ ਦਾ ਬਹੁਤ ਵੱਡਾ ਬਿਜ਼ਨਸ ਹੁੰਦਾ ਹੈ, ਕੀ ਹੁੰਦਾ ਜਦੋਂ ਬਿਜ਼ਨਸ ਵਿੱਚ ਲਾਸ ਹੋ ਜਾਏ ਨਾ, ਤਾਂ ਉਹਨਾਂ ਦਾ ਮਨ ਨਹੀਂ ਕਰਦਾ ਕਿ ਛੋਟੇ ਬਿਜ਼ਨਸ 'ਚ ਕੰਮ ਕਰ ਲਈਏ। ਕੰਮ ਤਾਂ ਹਮੇਸ਼ਾ ਬੰਦਾ ਡਾਊਨ ਟੂ ਅਰਥ ਹੀ ਅਗਰ ਚੱਲੇ ਨਾ, ਤਾਂ ਫਿਰ ਕੰਮ ਅੱਗੇ ਤੋਂ ਅੱਗੇ ਵੈਸੇ ਹੀ ਵੱਧ ਜਾਂਦਾ। ਜਿਹੜਾ ਬਿਜ਼ਨਸ ਵੀ ਹੁੰਦਾ ਉਹ ਸਟਾਰਟਿੰਗ ਤੋਂ ਹੀ, ਅਗਰ ਬੱਚਾ ਵੀ ਕਹਿੰਦੇ ਨਾ ਪੌੜੀਆਂ ਚੜ੍ਹਦਾ ਹੈ, ਪਹਿਲਾਂ ਸਟਾਰਟਿੰਗ ਇੱਕ ਪੌੜੀ ਤੋਂ ਹੀ ਸ਼ੁਰੂ ਕਰਦਾ ਹੈ, ਉਹ ਉੱਪਰ ਜਾਂਦਾ ਹੈ। ਐਦਾਂ ਹੀ ਕਿ ਬਿਜ਼ਨਸ ਹੈ, ਜੇ ਆਪਾਂ ਸਟਾਰਟਿੰਗ ਤੋਂ, ਜੇ ਅਗਰ ਤੁਹਾਡਾ ਲਾਸ ਵੀ ਹੋ ਗਿਆ, ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਟੋਟਲੀ ਛੱਡ ਕੇ ਬੈਠ ਜਾਓ, ਤੁਸੀਂ ਸਟਾਰਟਿੰਗ ਤੋਂ ਦੁਬਾਰਾ ਵੀ ਉਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ। ਹੌਲੀ ਹੌਲੀ ਜਾ ਕੇ ਤੁਸੀਂ ਆਪੇ ਹੀ ਅਬਵ ਹੋ ਜਾਓਗੇ, ਬਟ ਇਹ ਨਹੀਂ ਕਿ ਤੁਸੀਂ ਟੈਨਸ਼ਨ ਲੈਣੀ ਹੈ, ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਨਹੀਂ। ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਓਗੇ, ਤੁਸੀਂ ਦਵਾਈਆਂ ਤੇ ਲੱਗ ਜਾਓਗੇ, ਦਵਾਈਆਂ ਖਾਓਗੇ ਤਾਂ ਅੱਗੇ ਤੋਂ ਅੱਗੇ ਹੋਰ ਕਿਹੜੀ ਭਿਆਨਕ ਬਿਮਾਰੀ ਤੁਹਾਨੂੰ ਲੱਗ ਜੇ ਉਹਦਾ ਤੁਹਾਨੂੰ ਪਤਾ ਵੀ ਨਹੀਂ ਚੱਲ ਸਕੇਗਾ। ਜੀ, ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਨੇ, ਜਿਹੜੇ ਡਿਪਰੈਸ਼ਨ ਤੋਂ ਪੀੜਿਤ ਨੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਵੱਧ ਤੋਂ ਵੱਧ ਜਿਹੜਾ ਆਪਣਾ ਮਾਈਂਡ ਹੈ, ਇਸ ਨੂੰ ਬਿਜ਼ੀ ਰੱਖਣਾ ਚਾਹੀਦਾ, ਕਿਸੇ ਵਧੀਆ ਐਕਟੀਵਿਟੀ ਵਿੱਚ ਇੰਡਲਜ ਕਰਨਾ ਚਾਹੀਦਾ ਹੈ, ਕੋਈ ਵਧੀਆ ਮੋਟੀਵੇਸ਼ਨ ਸਪੀਚ ਸੁਣਨੀਆਂ ਚਾਹੀਦੀਆਂ ਨੇ, ਆਪਣੇ ਆਪ ਨੂੰ ਫਿਜ਼ੀਕਲੀ ਵਰਕ ਕਰੋ, ਐਕਸਰਸਾਈਜ਼ ਸ਼ੁਰੂ ਕਰੋ ਤਾਂ ਕਿ ਤੁਹਾਡੇ ਬ੍ਰੇਨ ਨੂੰ ਜਿਹੜੀ ਰਿਲੈਕਸੇਸ਼ਨ ਮਿਲੇ। ਫੋਨ ਤੇ ਵੀ ਅਗਰ ਤੁਸੀਂ ਬਿਜ਼ੀ ਰਹਿਣਾ ਚਾਹੁੰਦੇ ਹੋ ਤਾਂ ਵਧੀਆ ਚੀਜ਼ਾਂ ਨੂੰ ਦੇਖੋ। ਕਈ ਵਾਰ ਕੀ ਹੁੰਦਾ, ਅਗਰ ਜਿਵੇਂ ਆਪਾਂ ਫੋਨ ਦੇਖਣ ਵੀ ਲੱਗਦੇ ਨਾ, ਉੱਥੇ ਐਦਾਂ ਦੀ ਨਿਊਜ਼ ਆ ਜਾਂਦੀ ਹੈ। ਚਲੋ ਅਸੀਂ ਆਪਣੀ ਗੱਲ ਲੈ ਲਈਏ, ਅਸੀਂ ਡੇਲੀ ਨਿਊਜ਼ ਐਂਕਰਿੰਗ ਕਰੀਦੀ ਹੈ, ਡੇਲੀ ਅਸੀਂ ਖਬਰਾਂ ਪੜ੍ਹਦੇ ਹਾਂ। ਕਈ ਵਾਰ ਸਾਡਾ ਖੁਦ ਦਾ ਦਿਮਾਗ ਇੱਦਾਂ ਤੱਕ ਹੋ ਜਾਂਦਾ ਹੈ ਕਿ ਅਸੀਂ ਮਰਗਤ ਦੀਆਂ ਖਬਰਾਂ, ਬਲਾਤਕਾਰ ਦੀਆਂ ਖਬਰਾਂ ਡੇਲੀ ਪੜ੍ਹਦੇ ਹਾਂ, ਕਿਤੇ ਕੀ ਹੋ ਗਿਆ, ਕਿਤੇ ਐਕਸੀਡੈਂਟ ਹੋ ਗਿਆ, ਕੇਸਿਸ ਇੰਨੇ ਵੱਧ ਕੇ ਆ ਰਹੇ ਹਨ ਕਰੋਨਾ ਦੇ, ਅਸੀਂ ਖੁਦ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ। ਬਟ ਤੁਹਾਨੂੰ ਦਿਖਾਉਣ ਲਈ ਅਸੀਂ ਆਲਵੇਜ਼ ਕੀ ਕਰਦੇ ਹਾਂ, ਹਮੇਸ਼ਾ ਹੀ ਫੇਸ 'ਤੇ ਸਮਾਈਲ ਰੱਖਦੇ ਹਾਂ, ਚਾਹੇ ਅਸੀਂ ਅੰਦਰੋਂ ਬਹੁਤ ਜ਼ਿਆਦਾ ਡਿਪਰੈਸਡ ਵੀ ਹੋਈਏ। ਅਸੀਂ ਵੀ ਇਹੀ ਤੁਹਾਨੂੰ ਵੀ ਇਹੀ ਕਹਿੰਦੇ ਹਾਂ ਕਿ ਚਾਹੇ ਤੁਸੀਂ ਅੰਦਰੋਂ ਬਹੁਤ ਜ਼ਿਆਦਾ ਡਿਪਰੈਸ ਹੋਵੋ, ਪਰ ਫਿਰ ਵੀ ਐਦਾਂ ਨਾ ਤੁਸੀਂ ਦਿਖਾਓ ਕਿ ਹਾਂ ਅਸੀਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ। ਹਮੇਸ਼ਾ ਇੱਕ ਦੂਜੇ ਨੂੰ ਨਾਲ ਲੈ ਕੇ ਵੀ ਚੱਲੋ ਔਰ ਇੱਕ ਦੂਜੇ ਨੂੰ ਖੁਸ਼ ਰੱਖੋ, ਆਪ ਵੀ ਖੁਸ਼ ਰਹੋ ਤੇ ਦੂਸਰਾ ਵੀ ਤੁਹਾਡੇ ਨਾਲ ਖੁਸ਼ ਹੀ ਰਹੇਗਾ। ਜੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਸੋ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੂੰਗੀ ਕਿ ਕਿਸੇ ਵੀ ਚੀਜ਼ ਦਾ ਅਸਰ ਬਾਏ ਸਾਈਕੋਲੋਜੀਕਲ ਆਪਾਂ ਦੇਖੀਏ ਤਾਂ ਕਿਸੇ ਵੀ ਚੀਜ਼ ਦਾ ਅਸਰ, ਚਾਹੇ ਉਹ ਖੁਸ਼ੀ ਹੈ, ਗਮ ਹੈ, ਕੋਈ ਵੀ ਚੀਜ਼ ਹੈ, ਜਾਂ ਆਪਣੇ ਅੰਦਰ ਸੁਸਾਈਡ ਟੈਂਡੈਂਸੀ ਜਿਹੜੀ ਆ ਜਾਂਦੀ ਹੈ ਕਿ ਸਾਡੇ ਅੰਦਰ ਮਰਨ ਦੇ ਖਿਆਲ ਆਉਂਦੇ ਆ, ਜਦੋਂ ਕੋਈ ਵੀ ਬੰਦਾ ਮਰਨ ਲੱਗਦਾ ਹੈ, ਕੁਝ ਵੀ ਹੈ, ਇਹ ਸਿਰਫ ਇੱਕ 3 ਮਿੰਟ ਦਾ ਅਸਰ ਹੁੰਦਾ ਹੈ। ਕੋਈ ਵੀ ਚੀਜ਼ ਆਪਣੇ ਦਿਮਾਗ ਦੇ ਅੰਦਰ ਸਿਰਫ 3 ਮਿੰਟ ਰਹਿੰਦੀ ਹੈ, 3 ਮਿੰਟ ਦੇ ਬਾਅਦ ਆਟੋਮੈਟਿਕਲੀ ਜਿਹੜਾ ਆਪਣਾ ਰਵੱਈਆ ਚੇਂਜ ਹੋ ਜਾਂਦਾ। ਸੋ ਤੁਸੀਂ ਜਿਹੜੇ ਉਹ 3 ਮਿੰਟ ਹੈ, ਜੇਕਰ ਤੁਹਾਡੇ ਦਿਮਾਗ ਦੇ ਵਿੱਚ ਮਰਨ ਦੇ ਖਿਆਲਾਤ ਆ ਰਹੇ, ਤੁਸੀਂ ਸੁਸਾਈਡ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਕੀ ਕਰਨਾ, ਉਹ 3 ਮਿੰਟ ਨੂੰ ਇੱਕ ਵਾਰ ਕ੍ਰਾਸ ਕਰ ਦੇਣਾ। ਉਹ 3 ਮਿੰਟ ਗੁਜ਼ਰ ਗਏ ਤਾਂ ਜਿਹੜਾ ਆਪਣੇ ਆਪ ਤੁਹਾਡਾ ਰਵੱਈਆ ਚੇਂਜ ਹੋ ਜਾਏਗਾ। ਬਿਕੋਜ਼ ਅਮਰੀਕਾ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੂੰਗੀ, ਕਿਉਂਕਿ ਜਿਹੜੇ ਰਿਸਰਚਰਸ ਨੇ ਉਹਨਾਂ ਨੇ ਅਮਰੀਕਾ ਦੇ ਵਿੱਚ ਰਿਸਰਚ ਕੀਤੀ ਸੀ ਕਿ ਜੋ ਆਪਾਂ ਸੋਚਦੇ ਹਾਂ ਉਹੀ ਸਾਡੇ ਨਾਲ ਹੁੰਦਾ ਹੈ। ਇਸ ਤਰੀਕੇ ਨਾਲ ਹੋਇਆ ਕਿ ਇੱਕ ਵਿਅਕਤੀ ਨੂੰ ਜਿਹੜਾ ਹੈ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਤੇ ਉਹਨਾਂ ਨੇ ਕਿਹਾ ਵੀ ਕਿਉਂ ਨਾ ਅਸੀਂ ਜਿਹੜਾ ਐਕਸਪੈਰੀਮੈਂਟ ਹੈ ਵੀ ਇਸ ਵਿਅਕਤੀ ਤੇ ਕਰੀਏ। ਤਾਂ ਉਸ ਵਿਅਕਤੀ ਨੂੰ ਕਿਹਾ, ਉਹਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਕਿ ਤੈਨੂੰ ਜਿਹੜੀ ਆਪਾਂ ਮੌਤ ਹੈ ਉਹ ਕੋਬਰਾ ਤੁਹਾਨੂੰ ਡੰਗ ਮਾਰੇਗਾ ਤੇ ਉਸ ਵਜ੍ਹਾ ਨਾਲ ਤੁਹਾਡੀ ਜਿਹੜੀ ਡੈਥ ਹੋਣੀ ਹੈ। ਤੇ ਉਸ ਬੰਦੇ ਨੂੰ ਦੇਖੋ, ਉਹਨੂੰ ਉਹ ਗੱਲ ਕਹੀ ਗਈ ਵੀ ਤੁਹਾਨੂੰ ਕੋਬਰਾ ਜਿਹੜਾ ਡੰਗ ਮਾਰੇਗਾ ਤੇ ਤੁਹਾਡੀ ਡੈਥ ਹੋਊਗੀ।
ਉਹਨਾਂ ਨੇ ਕੀ ਕੀਤਾ, ਉਹਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤੇ 2 ਨੀਡਲਸ ਲੈ ਕੇ ਨਾ, ਪਤਲੀਆਂ ਵਾਲੀਆਂ ਛੋਟੀ ਨੀਡਲ ਸੂਈਆਂ ਲੈ ਕੇ, 2 ਲੈ ਕੇ ਜਦੋਂ ਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ, ਉਹ ਐਗਜ਼ੈਕਟ ਉਹਦੇ ਪੈਰ ਦੇ ਅੰਗੂਠੇ ਦੇ ਵਿੱਚ ਇਸ ਤਰੀਕੇ ਦੇ ਨਾਲ ਮਾਰੀਆਂ, ਦੋਨੇ ਇਕੱਠੀਆਂ, ਕਿ ਮਤਲਬ ਇਹ ਲੱਗੇ ਕਿ ਕੋਬਰਾ ਨੇ ਜਿਵੇਂ ਵੀ ਕੋਬਰਾ ਨੇ ਡੰਗ ਮਾਰਿਆ। ਤੁਸੀਂ ਮੰਨ ਨਹੀਂ ਸਕਦੇ, ਉਸ ਬੰਦੇ ਦੀ ਡੈਥ ਹੋ ਗਈ। ਤੇ ਕੈਨ ਯੂ ਇਮੇਜਿਨ, ਜਦੋਂ ਉਸ ਬੰਦੇ ਦਾ ਪੋਸਟਮਾਰਟਮ ਕੀਤਾ ਗਿਆ, ਉਸ ਦੇ ਵਿੱਚ ਕੀ ਆਇਆ, ਕੋਬਰਾ ਦਾ ਪੋਇਜ਼ਨ ਆਇਆ, ਜ਼ਹਿਰ ਆਇਆ। ਉਹ ਕਿਉਂ ਸੀ? ਕਿਉਂਕਿ ਉਸਦੇ ਦਿਮਾਗ ਦੇ ਵਿੱਚ ਪਹਿਲਾਂ ਇਹ ਗੱਲ ਪਾਈ ਗਈ ਕਿ ਤੁਹਾਡੀ ਜਿਹੜੀ ਮੌਤ ਹੈ ਉਹ ਕੋਬਰਾ ਦੇ ਡੰਗ ਮਾਰਨ ਕਰਕੇ ਹੋਏਗੀ। ਸੋ ਕੀ ਹੋਇਆ, ਉਹਦੇ ਦਿਮਾਗ ਵਿੱਚ ਗੱਲ ਆ ਗਈ, ਉਹਦੀ ਬਾਡੀ ਨੇ ਆਟੋਮੈਟਿਕਲੀ ਜਿਹੜਾ ਪੋਇਜ਼ਨ ਹੈ ਜਨਰੇਟ ਕਰ ਦਿੱਤਾ। ਸੋ ਕੀ ਹੁੰਦਾ ਹੈ ਸਾਡੇ ਨਾਲ, ਜੋ ਅਸੀਂ ਸੋਚਦੇ ਹਾਂ ਉਹੀ ਸਾਡੇ ਨਾਲ ਹੁੰਦਾ। ਤਾਂ ਹੀ ਉਹ ਤਾਂ ਅਕਸਰ ਕਿਹਾ ਜਾਂਦਾ ਹੈ ਥਿੰਕ ਬਿਫੋਰ ਐਕਟ, ਬੋਲਣ ਤੋਂ ਪਹਿਲਾਂ ਹਮੇਸ਼ਾ ਸੋਚਣਾ ਚਾਹੀਦਾ ਤੇ ਹਮੇਸ਼ਾ ਜਿਹੜਾ ਵਧੀਆ ਚੀਜ਼ਾਂ ਬੋਲੋ, ਵਧੀਆ ਸੋਚੋ, ਵਧੀਆ ਦੇਖੋ, ਕਿਉਂਕਿ ਜੋ ਅਸੀਂ ਸੋਚਦੇ ਹਾਂ ਉਹੀ ਸਾਡੇ ਨਾਲ ਹੁੰਦਾ ਹੈ। ਸੋ ਇੱਕ ਇਹ ਫਿਲਮ ਦਾ ਵੀ ਡਾਇਲੋਗ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ। ਕਹਿੰਦੇ ਨਾ ਕਿ ਅਸੀਂ ਅਗਰ ਕਿਸੇ ਚੀਜ਼ ਨੂੰ ਪੂਰੀ ਸ਼ਿੱਦਤ ਦੇ ਨਾਲ ਚਾਹੀਏ ਨਾ, ਤਾਂ ਪੂਰੀ ਕਾਇਨਾਤ ਲੱਗ ਜਾਂਦੀ ਹੈ ਉਸ ਨੂੰ ਮਿਲਾਉਣ ਦੇ ਵਿੱਚ, ਠੀਕ ਹੈ। ਸੋ ਤੁਸੀਂ ਜੇਕਰ ਕੋਈ ਵੀ ਚੀਜ਼ ਕਰਨੀ ਹੈ, ਕਿਸੇ ਨੇ ਕੋਈ ਐਗਜ਼ਾਮ ਕਲੀਅਰ ਕਰਨਾ ਹੈ ਜਾਂ ਕਿਸੇ ਨੂੰ ਆਪਣਾ ਕੋਈ ਗੋਲ ਹੈ ਉਹ ਅਚੀਵ ਕਰਨਾ ਹੈ, ਤਾਂ ਹਰ ਵੇਲੇ ਜਿਹੜਾ ਉਸ ਚੀਜ਼ ਨੂੰ ਇੱਕ ਪੋਜ਼ਿਟਿਵ ਐਸਪੈਕਟ ਨਾਲ ਸੋਚੋ। ਹੁਣ ਜਿਵੇਂ ਅਸੀਂ ਕਰੋਨਾ ਦੀ ਗੱਲ ਕਰੀਏ, ਕਰੋਨਾ ਬਾਰੇ ਸੋਚ ਕੇ ਹੀ ਕਈ ਬੰਦਿਆਂ ਦੀ ਡੈਥ ਹੋ ਗਈ। ਕਿਵੇਂ ਲੋਕੀ ਭੱਜ ਰਹੇ ਸੀ, ਟੈਸਟ ਨਹੀਂ ਕਰਵਾਉਂਦੇ ਸੀ, ਜਾਂ ਕਿਸੇ ਨੂੰ ਪਤਾ ਲੱਗਦਾ ਸੀ ਕਿ ਕਰੋਨਾ ਦੀ ਟੀਮ ਆ ਗਈ, ਉਹਨਾਂ ਦੇ ਪਥਰਾਵ ਕਰਨਾ ਸ਼ੁਰੂ ਕਰ ਦਿੰਦੇ ਸੀ। ਅਸਲ 'ਚ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਜਿਹੜੇ ਆਲੇ ਦੁਆਲੇ ਦੇ ਲੋਕੀ ਹੁੰਦੇ ਆ ਨਾ, ਉਹੀ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਡਰਾ ਦਿੰਦੇ ਆ ਕਿ ਮਤਲਬ ਉਹਦੇ ਦਿਮਾਗ 'ਚ ਇਹ ਚੀਜ਼ ਆ ਜਾਂਦੀ ਹੈ। ਮੈਂ ਆਪਣੀ ਹੀ ਦੱਸਦੀ ਹਾਂ, ਮੈਂ ਕਰੋਨਾ ਨੂੰ ਕਦੀ ਵੀ ਕੁਝ ਸਮਝਦੀ ਨਹੀਂ ਸੀ। ਮੈਂ ਇੱਕ ਦਿਨ ਕਿਸੇ ਦੇ ਘਰ ਗਈ ਐਜ਼ ਏ, ਮਤਲਬ ਉਹਨਾਂ ਨੇ ਮੈਨੂੰ ਬੁਲਾਇਆ ਸੀ, ਇਨਵਾਈਟ ਕੀਤਾ ਸੀ। ਜਦੋਂ ਮੈਂ ਗਈ ਉੱਥੇ ਟੋਟਲੀ ਕਰੋਨਾ ਦੀਆਂ ਹੀ ਗੱਲਾਂ ਚੱਲ ਰਹੀਆਂ ਸੀ ਕਿ ਕਰੋਨਾ ਨਾਲ ਇਹ ਮਰਿਆ, ਕਰੋਨਾ ਨਾਲ ਉਹ ਮਰਿਆ। ਉਸ ਦਿਨ ਤੋਂ ਬਾਅਦ ਮੇਰੇ ਦਿਮਾਗ 'ਚ ਵੀ ਇਹ ਚੀਜ਼ ਆਉਣ ਲੱਗੀ ਕਿ ਕਿਆ ਸੱਚੀ ਕਰੋਨਾ ਨਾਲ ਡੈਥਸ ਹੋ ਹੀ ਰਹੀਆਂ। ਅਗਰ ਜੇ ਆਪਾਂ ਇਹੀ ਸੋਚ ਲਈਏ ਕਿ ਨਹੀਂ ਯਾਰ, ਅਗਰ ਆਪਾਂ ਕੋਈ ਵੈਕਸੀਨ ਹੈ ਜਿਹੜੀ ਉਹ ਲਗਵਾ ਲਈਏ, ਸ਼ਾਇਦ ਉਹਦੇ ਨਾਲ ਸਾਡਾ ਬਚਾਓ ਹੋ ਜਾਏ। ਅਗਰ ਅਸੀਂ ਦਿਮਾਗ 'ਚ ਇਹ ਲੋਕਾਂ ਦੇ ਭਰ ਲਈਏ ਜਾਂ ਆਪਾਂ ਜਿੰਨੀ ਵੀ ਸੇਫ ਸਾਈਡ ਹੈ ਉਹ ਆਪਾਂ ਲੈ ਕੇ ਚੱਲੀਏ, ਫਿਰ ਆਪਾਂ ਬਚ ਵੀ ਸਕਦੇ ਹਾਂ। ਐਗਜ਼ੈਕਟਲੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਕਿਸੇ ਵੀ ਚੀਜ਼ ਤੋਂ ਜਿਹੜਾ ਨਹੀਂ ਭੱਜਣਾ ਚਾਹੀਦਾ, ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਚੰਗੇ ਵਿਚਾਰ ਲੈ ਕੇ ਆਉਣੇ ਚਾਹੀਦੇ। ਕਿਉਂਕਿ ਦੋਸਤੋ, ਸਿਰਫ ਇੱਕੋ ਇੱਕ ਚੀਜ਼ ਹੈ ਜਿਹੜੀ ਅਸੀਂ ਖੁਦ ਨੂੰ ਦੇ ਸਕਦੇ ਹਾਂ, ਉਹ ਹੈ ਮਾਨਸਿਕ ਤੌਰ ਤੇ ਖੁਸ਼ ਰਹਿਣਾ। ਜੇਕਰ ਅਸੀਂ ਮਾਨਸਿਕ ਸੰਤੁਲਨ ਸਾਡਾ ਠੀਕ ਹੈ, ਸਾਡੀ ਬਾਡੀ ਵੀ ਠੀਕ ਰਹੇਗੀ, ਸਾਡੀ ਸਿਹਤ ਬਹੁਤ ਵਧੀਆ ਰਹੇਗੀ। ਜੇਕਰ ਤੁਹਾਡਾ ਮਾਨਸਿਕ ਸੰਤੁਲਨ ਹੀ ਵਿਗੜ ਗਿਆ ਤੇ ਤੁਹਾਡੀ ਬਾਡੀ ਵੀ ਖੁਦ ਬ ਖੁਦ ਜਿਹੜੀ ਹੈ ਜਵਾਬ ਦੇ ਦੇਵੇਗੀ। ਤੁਹਾਡੇ ਅੰਦਰ ਚਿੜਚਿੜਾਪਨ ਆ ਜਾਏਗਾ, ਕਾਫੀ ਤਰ੍ਹਾਂ ਦੀਆਂ ਤੁਹਾਨੂੰ ਜਿਹੜੀਆਂ ਡਿਸੀਜ਼ ਉਹ ਘੇਰਾ ਪਾ ਲੈਣਗੀਆਂ। ਸੋ ਕੋਸ਼ਿਸ਼ ਇਹੀ ਕਰਨੀ ਹੈ ਕਿ ਆਪਣੇ ਦਿਮਾਗ ਨੂੰ ਜਿਹੜਾ ਸਾਫ਼ ਰੱਖਣਾ, ਸਹੀ ਰੱਖਣਾ ਹੈ ਤੇ ਚੰਗੇ ਵਿਚਾਰਾਂ ਨੂੰ ਹੀ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਉਣਾ ਔਰ ਹਮੇਸ਼ਾ ਪੋਜ਼ਿਟਿਵ ਗੱਲਾਂ ਹੀ ਕਰਨੀਆਂ, ਆਪਣੇ ਆਪ ਨਾਲ ਵੀ ਤੇ ਦੂਸਰਿਆਂ ਨਾਲ ਵੀ। ਜੀ ਬਿਲਕੁਲ। ਹੁਣ ਜਿਵੇਂ ਕੋਈ ਵੀ ਅਗਰ ਮੁਸੀਬਤ ਆਂਦੀ ਹੈ, ਠੀਕ ਹੈ, ਤੇ ਮੰਨ ਲਓ ਅਸੀਂ ਕਰੋਨਾ ਦੀ ਹੀ ਚਲੋ ਗੱਲ ਕਰਦੇ ਹਾਂ ਕਿਉਂਕਿ ਜਿਹੜੀ ਬਹੁਤ ਚਰਚਿਤ ਹੋ ਚੁੱਕੀ ਹੈ ਇਹ ਮੁਸੀਬਤ, ਜਿਹੜੀ ਸਾਡੇ ਪੂਰੇ ਵਰਲਡ ਤੇ ਹੀ ਆ ਚੁੱਕੀ ਹੈ। ਸੋ ਕੁਝ ਲੋਕਾਂ ਨੇ ਕੀ ਕੀਤਾ, ਕਰੋਨਾ ਵਿੱਚ ਕੁਝ ਦੇ ਤਾਂ ਤਲਾਕ ਹੋ ਗਏ, ਕੁਝ ਲੋਕੀ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ, ਤੇ ਕਈ ਲੋਕਾਂ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਜਿਹੜਾ ਪੋਜ਼ਿਟਿਵ ਐਸਪੈਕਟ ਨਾਲ ਲਿਆ, ਕਈਆਂ ਨੇ ਤਾਂ ਕੁਕਿੰਗ ਦੀ ਰੈਸਿਪੀਜ਼ ਹੀ ਸਿੱਖ ਲਈਆਂ ਬਹੁਤ ਸਾਰੀਆਂ, ਕਈਆਂ ਨੇ ਐਕਸਰਸਾਈਜ਼ ਸ਼ੁਰੂ ਕਰਕੇ ਆਪਣੀ ਬਾਡੀ ਫਿਗਰ ਨੂੰ ਮੇਨਟੇਨ ਕਰ ਲਿਆ। ਉਹਨਾਂ ਲੇਡੀਜ਼ ਲਈ ਜਿਹੜੀ ਲੇਡੀਜ਼ ਆਲਵੇਜ਼ ਬਾਹਰ ਤੋਂ ਚੀਜ਼ਾਂ ਮੰਗਵਾਉਂਦੀਆਂ ਸੀ, ਉਹ ਘਰ ਵਿੱਚ ਰਹਿ ਕੇ ਹੀ ਆਪਣੀ ਪਤਾ ਨਹੀਂ ਕਿਹੜੀ ਕਿਹੜੀ ਵੈਰਾਈਟੀ, ਕਿੰਨੀ ਵੈਰਾਈਟੀ ਤਰ੍ਹਾਂ, ਮਤਲਬ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਜ਼ ਮਿਠਾਈਆਂ ਬਣਾਉਂਦੀਆਂ ਸੀ, ਖਾਣ ਪੀਣ ਦਾ ਸਮਾਨ ਬਣਾਉਂਦੀਆਂ ਸੀ। ਪਰ ਉਹ ਹੁਣ ਕਿਉਂ ਨਹੀਂ ਬਣਾ ਰਹੀਆਂ? ਉਹਨਾਂ ਦਾ ਦਿਮਾਗ ਫੇਰ ਹੋ ਗਿਆ ਕਿ ਚਲੋ ਜੀ ਕਰੋਨਾ ਗਿਆ, ਆਪਾਂ ਵੀ ਇਹ ਚੀਜ਼ਾਂ ਛੱਡੋ, ਆਪਾਂ ਪੈਸਾ ਖਰਚੋ ਜਿੰਨਾ ਖਰਚ ਸਕਦੇ, ਬਾਹਰ ਦੀ ਚੀਜ਼ ਮੰਗਵਾਓ। ਵੈਸੇ ਹੋ ਸਕੇ ਇਹ ਚੀਜ਼ ਨਾ ਕਰਿਆ ਕਰੋ। ਜਦੋਂ ਤੁਸੀਂ ਕਰੋਨਾ ਟਾਈਮ ਦੇ ਵਿੱਚ ਇਹ ਚੀਜ਼ਾਂ ਬਣਾ ਸਕਦੇ ਹੋ ਤਾਂ ਹੁਣ ਘਰ ਵਿੱਚ ਵੀ ਉਹੀ ਚੀਜ਼, ਡੇਲੀ ਰੂਟੀਨ 'ਚ ਵੀ ਤੁਸੀਂ ਉਹੀ ਚੀਜ਼ਾਂ ਬਣਾ ਲਿਆ ਕਰੋ। ਜੀ ਬਿਲਕੁਲ। ਆਪਣੇ ਆਪ ਨੂੰ ਜਿਹੜਾ ਤੰਦਰੁਸਤ ਰੱਖਣਾ ਉਹ ਤੁਹਾਡੇ ਹੱਥ ਵਿੱਚ ਹੈ, ਠੀਕ ਹੈ। ਆਪਣੇ ਆਪ ਦੀ ਸਿਹਤ ਜਿਹੜੀ ਹੈ ਵਧੀਆ ਰੱਖਣੀ ਉਹ ਵੀ ਤੁਹਾਡੇ ਹੱਥ ਵਿੱਚ ਹੈ। ਸਭ ਤੋਂ ਵੱਡੀ ਗੱਲ ਹੈ ਆਪਣੇ ਦਿਮਾਗ ਨੂੰ ਮਾੜੇ ਵਿਚਾਰਾਂ ਤੋਂ ਦੂਰ ਰੱਖਣਾ, ਇਹ ਵੀ ਸਾਡੇ ਹੀ ਹੱਥ ਵਿੱਚ ਹੁੰਦਾ ਹੈ। ਜੇਕਰ ਅਸੀਂ ਬੁਰੀ ਸੰਗਤ ਵਿੱਚ ਬੈਠਾਂਗੇ, ਉਹੀ ਬੈਕਬਾਈਟਿੰਗਸ ਹੋਈ ਜਾਣਗੀਆਂ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਨਾ ਕਰਨਾ। ਜੇਕਰ ਅਸੀਂ ਕਿਸੇ ਦੀ ਲਾਈਫ 'ਚ ਇੰਟਰਫੇਅਰ ਕਰਦੇ ਹਾਂ ਤਾਂ ਸ਼ਾਇਦ ਜਿਸ ਦੀ ਲਾਈਫ 'ਚ ਇੰਟਰਫੇਅਰ ਹੋ ਰਿਹਾ ਉਸ ਨੂੰ ਘੱਟ ਪ੍ਰੋਬਲਮ, ਸਾਨੂੰ ਜ਼ਿਆਦਾ ਸਮੱਸਿਆ ਹੋ ਜਾਂਦੀ ਹੈ। ਕਿਉਂਕਿ ਅਸੀਂ 1 ਸਵਾਲ, 2 ਸਵਾਲ, 3 ਸਵਾਲ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਦਿਮਾਗ ਨੂੰ ਗਲਤ ਵਿਚਾਰਾਂ ਦੇ ਨਾਲ ਜੋੜ ਲੈਂਦੇ ਹਾਂ, ਜਿਹੜਾ ਕਿ ਕਾਫੀ ਜ਼ਿਆਦਾ ਹਾਰਮਫੁਲ ਹੈ। ਸੋ ਚਾਹੀਦਾ ਕੀ ਹੈ, ਤੰਦਰੁਸਤ ਰਹਿਣਾ, ਚੰਗੇ ਵਿਚਾਰ ਰੱਖਣੇ, ਪੋਜ਼ਿਟਿਵ ਐਟੀਟਿਊਡ ਰੱਖਣਾ ਇੱਕ ਜ਼ਿੰਦਗੀ ਨੂੰ ਲੈ ਕੇ ਕਿ ਜ਼ਿੰਦਗੀ ਇਹ ਮੁਸੀਬਤਾਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਇਹ ਤਾਂ ਮੜੀਆਂ ਤੱਕ ਨਾਲ ਹੀ ਰਹਿਣਗੀਆਂ ਮੁਸੀਬਤਾਂ। ਸੋ ਜੇਕਰ ਅਸੀਂ ਮੁਸੀਬਤਾਂ ਨੂੰ ਹੱਸ ਕੇ ਨਜਿੱਠ ਲਈਏ ਤਾਂ ਜ਼ਿਆਦਾ ਬੈਟਰ ਹੈ। ਕਿਉਂ ਰੋ ਕੇ ਪਿੱਟ ਕੇ ਜਿਹੜਾ ਮੁਸੀਬਤਾਂ ਦਾ ਸਾਹਮਣਾ ਕਰਨਾ? ਮੁਸੀਬਤ ਨੇ ਤਾਂ ਇੱਕ ਨਾ ਇੱਕ ਦਿਨ ਖਤਮ ਹੋ ਹੀ ਜਾਣਾ ਹੈ। ਕਹਿੰਦੇ ਨੇ ਕਿ ਰੱਬ ਅਗਰ ਇੱਕ ਦਰਵਾਜ਼ਾ ਬੰਦ ਕਰਦਾ ਤਾਂ 10 ਹੋਰ ਖੋਲਦਾ ਹੈ। ਸੋ ਕੋਸ਼ਿਸ਼ ਕਰਨੀ ਹੈ ਜਿਹੜਾ ਦਰਵਾਜ਼ਾ ਬੰਦ ਹੈ ਉਹਨੂੰ ਬਾਰ-ਬਾਰ ਖੋਲਣ ਦੀ ਕੋਸ਼ਿਸ਼ ਨਹੀਂ ਕਰਨੀ। ਜਿਹੜੇ 10 ਦਰਵਾਜ਼ੇ ਤੁਹਾਡੇ ਲਈ ਰੱਬ ਨੇ ਖੋਲੇ ਨੇ
ਉਹਨਾਂ ਵੱਲ ਤੁਸੀਂ ਆਪਣਾ ਫੋਕਸ ਰੱਖਣਾ ਹੈ, ਆਪਣੇ ਦਿਮਾਗ ਨੂੰ ਜਿਹੜਾ ਹੈ ਹਰ ਹਾਲ ਦੇ ਵਿੱਚ ਤੰਦਰੁਸਤ ਰੱਖਣਾ, ਤਾਂ ਹੀ ਤੁਸੀਂ ਡਿਪਰੈਸ਼ਨ ਤੋਂ ਜਿਹੜਾ ਹੈ ਇਸ ਖਤਰਨਾਕ ਬਿਮਾਰੀ ਤੋਂ ਤਾਈਓ ਤੁਸੀਂ ਦੂਰ ਹੋ ਸਕਦੇ ਹੋ। ਸੋ ਮੇਰੀ ਵੀ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਲੋਕੀ ਬੈਠੇ ਆ ਜਿਹੜਾ ਸਾਡਾ ਪ੍ਰੋਗਰਾਮ ਦੇਖ ਰਹੇ ਆ, ਮੇਰੀ ਉਹਨਾਂ ਲੋਕਾਂ ਨੂੰ ਇਹੀ ਅਪੀਲ ਹੈ, ਹਮੇਸ਼ਾ ਪੋਜ਼ਿਟਿਵ ਸੋਚੋ, ਆਪ ਖੁਸ਼ ਰਹੋ ਤੇ ਆਪਣੇ ਦੂਸਰਿਆਂ ਨੂੰ ਵੀ ਖੁਸ਼ ਰੱਖੋ। ਜੀ ਬਿਲਕੁਲ, ਜੇਕਰ ਅਸੀਂ ਜਿਵੇਂ ਮੈਂ ਕਈ ਵਾਰ ਜਦੋਂ ਪਿੰਡਾਂ ਵਿੱਚ ਜਾਂਦੀ ਹਾਂ, ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੀ, ਖੈਰ ਬੇਸਿਕਲੀ ਮੈਂ ਵੀ ਇੱਕ ਪਿੰਡ ਤੋਂ ਹਾਂ, ਤੇ ਪਿੰਡਾਂ ਦੇ ਲੋਕਾਂ ਨਾਲ ਜਦੋਂ ਅਸੀਂ ਗੱਲ ਕਰਦੇ ਜਿਹੜੇ ਟੋਟਲੀ ਬੈਕਵਰਡ ਏਰੀਆਜ਼ ਨੇ, ਉਹ ਕਹਿੰਦੇ ਨਾ ਕਿ ਉਹਦੇ ਵਿੱਚ ਮਾਤਾ ਆ ਗਈ, ਉਹਦੇ ਵਿੱਚ ਬਾਬਾ ਆ ਗਿਆ, ਉਹਦੇ ਵਿੱਚ ਇਹ ਹੈਗਾ, ਇਹ ਕੁਝ ਵੀ ਨਹੀਂ ਹੁੰਦਾ, ਇਹ ਸਿਰਫ ਇੱਕ ਸੁਪਰਸਟੀਸ਼ੀਅਸ ਹੈ, ਅੰਧ ਵਿਸ਼ਵਾਸ ਹੈ, ਵਹਿਮ ਭਰਮ ਨੇ। ਉਹ ਕੀ ਹੁੰਦਾ ਹੈ ਕਿ ਜਿਹੜਾ ਇਨਸਾਨ ਡਿਪਰੈਸ਼ਨ ਦਾ ਮਰੀਜ਼ ਹੁੰਦਾ ਹੈ, ਜਦੋਂ ਡਿਪਰੈਸ਼ਨ ਉਹਦੇ ਉੱਤੇ ਇਸ ਤਰੀਕੇ ਨਾਲ ਹਾਵੀ ਹੋ ਜਾਂਦਾ, ਫਿਰ ਉਹ ਜੋ ਸੋਚਦਾ ਹੈ ਉਹਨੂੰ ਲੱਗਦਾ ਕਿ ਮੈਂ ਉਹੀ ਹਾਂ, ਉਸੇ ਕਰੈਕਟਰ ਦੇ ਵਿੱਚ ਚਲਾ ਜਾਂਦਾ। ਜਿਵੇਂ ਮਲਟੀਪਲ ਡਿਸਆਰਡਰ ਦੀ ਡਿਸੀਜ਼ ਜਿਹੜੀ ਹੁੰਦੀ ਹੈ ਉਹ ਵੀ ਡਿਪਰੈਸ਼ਨ ਦੇ ਕਰਕੇ ਹੁੰਦੀ ਹੈ, ਕਿਉਂਕਿ ਕੋਈ ਵੀ ਜਿਹੜੀ ਗੱਲ ਹੈ, ਜਿਵੇਂ ਮੰਨ ਲਓ ਮੈਂ ਕੁਝ ਟਾਈਮ ਪਹਿਲਾਂ ਪੜ੍ਹਿਆ ਸੀ, ਜਿਹੜੀ ਪ੍ਰਵੀਨ ਬੋਬੀ ਐਕਟਰੈਸ ਸੀ, ਉਹਦੇ ਨਾਲ ਕੀ ਹੋਇਆ ਸੀ ਕਿ ਬਚਪਨ ਦੇ ਵਿੱਚ ਉਹਦੇ ਨਾਲ ਕੋਈ ਹਾਦਸਾ ਹੋਇਆ ਸੀ, ਕੋਈ ਐਕਸੀਡੈਂਟ ਉਹਨੇ ਦੇਖ ਲਿਆ ਸੀ। ਉਹ ਐਕਸੀਡੈਂਟ ਇਸ ਕਦਰ ਉਹਦੇ ਦਿਮਾਗ ਤੇ ਹਾਵੀ ਹੋ ਗਿਆ ਕਿ ਉਹਨੂੰ ਅਕਸਰ ਐਵੇਂ ਲੱਗਦਾ ਸੀ ਕਿ ਉਹਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਹਰ ਵੇਲੇ ਉਹਦੇ ਅੰਦਰ ਇੱਕ ਡਰ ਬੈਠਾ ਰਹਿੰਦਾ ਸੀ। ਉਹਨੇ ਇਸ ਚੀਜ਼ ਨੂੰ ਆਪਣੇ ਦਿਮਾਗ ਦੇ ਉੱਪਰ ਇੰਨਾ ਹਾਵੀ ਕਰ ਲਿਆ, ਐਟ ਦ ਐਂਡ ਕੀ ਆ, ਉਹ ਇਕੱਲੀ ਰਹਿ ਗਈ ਜ਼ਿੰਦਗੀ ਦੇ ਵਿੱਚ, ਉਹ ਹੋਰ ਜ਼ਿਆਦਾ ਡਿਪਰੈਸ਼ਨ ਦੀ ਜਿਹੜੀ ਮਰੀਜ਼ ਹੋ ਗਈ ਆ। ਸੋ ਕੋਸ਼ਿਸ਼ ਕਰਨੀ ਹੈ ਕਿ ਇਹੋ ਜਿਹੀਆਂ ਗੱਲਾਂ ਨੂੰ ਆਪਣੇ ਦਿਮਾਗ ਦੇ ਉੱਤੇ ਬਿਲਕੁਲ ਵੀ ਹਾਵੀ ਨਹੀਂ ਹੋਣ ਦੇਣਾ, ਆਪਣੇ ਦਿਮਾਗ ਨੂੰ ਹਮੇਸ਼ਾ ਚੰਗੇ ਪਾਸੇ ਰੱਖਣਾ, ਚੰਗੀ ਸਿਹਤ ਵੱਲ ਰੱਖਣਾ, ਚੰਗਾ ਸੋਚਣਾ। ਕੋਸ਼ਿਸ਼ ਇਹ ਕਰਨੀ ਹੈ ਕਿ ਕਹਿੰਦੇ ਨਾ ਬਾਣੀ ਦੇ ਲੜ ਲੱਗੋ ਤਾਂ ਜ਼ਿਆਦਾ ਵਧੀਆ ਹੈ। ਸਹੀ ਕਿਹਾ, ਅਗਰ ਅਸੀਂ ਬਾਣੀ ਦੇ ਲੜ ਲੱਗ ਜਾਾਂਗੇ ਫਿਰ ਤਾਂ ਨਾ ਹੀ ਅਸੀਂ ਡਿਪਰੈਸ਼ਨ 'ਚ ਰਵਾਂਗੇ, ਨਾ ਹੀ ਸਾਨੂੰ ਕੁਝ ਹੋਵੇਗਾ, ਸਾਡੀ ਜ਼ਿੰਦਗੀ ਹੈ ਜਿਹੜੀ ਉਹ ਸੁਖਾਲੀ ਚੱਲੇਗੀ। ਜੀ ਬਿਲਕੁਲ। ਜਸ਼ਨ ਹੁਣ ਆਪਾਂ ਇਜਾਜ਼ਤ ਲਈਏ, ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਜ਼ਿਆਦਾ ਆਪਾਂ ਗੱਲਾਂ ਕਰ ਸਕੀਏ। ਬਾਕੀ ਦਰਸ਼ਕਾਂ ਨੂੰ ਸਾਡਾ ਇਹ ਪ੍ਰੋਗਰਾਮ ਕਿੱਦਾਂ ਲੱਗਿਆ, ਪਲੀਜ਼ ਆਪਣੇ ਸੁਝਾਅ ਸਾਨੂੰ ਜ਼ਰੂਰ ਦਿਓ। ਅਗਰ ਤੁਸੀਂ ਹੋਰ ਵੀ ਕੋਈ ਆਪਣਾ ਟੌਪਿਕ ਸਾਨੂੰ ਦੱਸ ਸਕਦੇ ਹੋ ਕਿ ਇਸ ਟੌਪਿਕ ਤੇ ਚਰਚਾ ਕਰੀਏ, ਤਾਂ ਅਸੀਂ ਉਸ ਟੌਪਿਕ ਤੇ ਤੁਹਾਡੇ ਨਾਲ ਜ਼ਰੂਰ ਰੂਬਰੂ ਹੋਵਾਂਗੇ ਤੇ ਵਿਚਾਰ ਵਟਾਂਦਰਾ ਵੀ ਕਰਾਂਗੇ, ਵਿਚਾਰ ਸਾਂਝੇ ਕਰਾਂਗੇ ਤੁਹਾਡੇ ਨਾਲ ਵੀ। ਬਾਕੀ ਹੁਣ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ, ਰੱਬ ਰਾਖਾ।